ਉਹਨਾਂ ਤੋਂ ਹੱਕ ਲੈਣ ਦੇ ਕੰਮ ਪੂਰੇ ਕਰਾਉਣ ਵਾਲਾ ਗੁਰੂ ਆਪ ਹੀ ਹੈ। ਗੁਰੂ ਤੇ ਨਿਸ਼ਚੈ ਰੱਖੋ, ਜ਼ਰੂਰ ਪੂਰੇ ਕਰਾ ਦੇਗਾ। ਪਿੱਛੇ ਕਰਵਾ ਰਿਹਾ ਹੈ, ਆਉਣ ਵਾਲੇ ਸਮੇਂ ਵਿੱਚ ਕਰਵਾਵੇਗਾ। ਇਹਾਂ ਸੁਖ ਆਗਾ ਮੁਖ ਉਜਲ। ਜਿਹੜਾ ਨਾਮ ਜਪਦਾ ਨੂੰ ਐ ਸ਼ਲੋਕ ਵਿੱਚ ਵੀ ਸੁਖ ਤੇ ਅੱਗੇ ਵੀ ਮੁਖ ਉਜਲਾ। ਆਗਾ ਸੁਖ ਮੇਰੇ ਮੀਤਾ, ਪਾਤਸ਼ਾਹ ਆਨੰਦ ਪ੍ਰਭ ਕੀਤਾ। परमेश्वर बंत बनाई फिर डोलत का तू नाही। मिट गए आवन जाने फिर पढ़ पंक्ति हाँ इहाँ सुख आगा मुख उजल। इन्हां अखरां दे विच उपासक दी अवस्था दसी है। ਜਿਹੜੇ ਉਪਾਸਕ ਨੇ ਉਹਨਾਂ ਨੂੰ ਇੱਥੇ ਵੀ ਸੁੱਖ ਤੇ ਅੱਗੇ ਮੁੱਖ ਉਜਲਾ ਹੁੰਦਾ। ਅੰਤःਕਰਨ ਵੀ ਉਹਨਾਂ ਦਾ ਉਜਲਾ ਪਵਿੱਤਰ ਹੈ। ਉਪਾਸਕ ਜਿਹੜੇ ਹਨ ਜਗਿਆਸੂ, ਮਿਟ ਗਏ ਆਵਣ ਜਾਣੇ। ਜਿਹੜੇ ਬ੍ਰਹਮ ਗਿਆਨੀ ਹੈ, ਜਿਨ੍ਹਾਂ ਨੂੰ ਵਾਸ਼ਨਾ ਕਿਸੇ ਪ੍ਰਕਾਰ ਦੀ ਨਹੀਂ, ਉਹਨਾਂ ਦਾ ਜੰਮ ਕੇ ਆਉਣਾ ਤੇ ਮਰ ਕੇ ਜਾਣਾ। ਇਹ 84 ਦਾ ਗੇੜਾ ਕੱਟਿਆ ਗਿਆ ਮਹਾਂਪੁਰਖਾਂ ਦਾ। ਨਿਰਭਉ ਭਏ ਹਿਰਦਾ ਨਾਮ ਵਸਿਆ। ਉਹਨਾਂ ਦੀ ਅਵਸਥਾ ਕੀ ਹੋ ਗਈ? ਕਹਿੰਦੇ ਹਿਰਦਾ ਨਾਮ ਵਸਿਆ ਨਿਰਭਉ ਭਏ। ਨਿਰਭਉ ਇੱਕ ਦਾ ਵਾਚਕ ਹੈ, ਭੈ ਸਭ ਆਕਾਰ ਹੈ। ਨਿਰਭਉ ਹਰਿ ਜੀਉ ਸੋਏ, ਨਿਰਭਉ ਨਿਰੰਕਾਰ ਸੱਚ ਏਕ। ਜਿਨ੍ਹਾਂ ਦੇ ਹਿਰਦੇ ਚ ਵਾਹਿਗੁਰੂ ਮੰਤਰ ਨਾਮ ਵਸ ਗਿਆ, ਉਹ ਨਿਰਭਉ ਦਾ ਭੈ ਰੂਪ ਹੀ ਹੋ ਗਏ। ਹਰ ਕਾ ਸੇਵਕ ਹਰੀ ਜਿਹਾ, ਭੇਦ न ਜਾਣੋ ਮਾਨਸ ਦੇ। ਆਪਣੇ ਸਤਿਗੁਰ ਕਾ ਮਨ ਭਾਣੇ। ਉਹ ਆਪਣੇ ਸਤਿਗੁਰ ਦੇ ਮਨ ਚ ਭਾ ਗਏ। ਆਪਣੇ ਸਤਿਗੁਰ ਦਾ ਮਨ ਚ ਭਾਣਾ ਮੰਨਦੇ ਆ। ਜਿਨ੍ਹਾਂ ਨੇ ਭਾਣਾ ਮੰਨਿਆ ਉਹ ਭਾਣੇ ਭਾ ਗਏ। ਜਿਹੜੇ ਭਾ ਗਏ ਉਹਨਾਂ ਦੇ ਵਿੱਚ ਮਨ ਚ ਭਾਣੇ ਪ੍ਰਕਾਸ਼ ਹੋ ਗਿਆ। ਭਾ ਨਾਮ ਸੂਰਜ ਦਾ, ਸੂਰਜ ਤੋਂ ਪ੍ਰਕਾਸ਼ ਲੈਣਾ। ਭਾਣੇ ਨਾਲ ਭਾਉਣ ਦਾ ਭਾ ਗਏ ਤੇ ਭਾਣੇ ਨੂੰ ਮੰਨਦੇ ਹਨ। ਉਠਤ ਬੈਠਤ ਹਰ ਗੁਣ ਗਾਵਾ। ਸੱਚੇ ਪਾਤਸ਼ਾਹ ਜੀ ਨਾਮ ਕਿੰਨਾ ਕੁ ਚਿਰ ਜਪਣਾ ਚਾਹੀਦਾ? ਅੱਜ ਕੱਲ੍ਹ ਵੀ ਬਹੁਤਾ ਹੀ ਪੁੱਛਦੇ ਰਹਿੰਦੇ ਆ। ਭਾਈ ਗੁਰੂ ਤੋਂ ਪੁੱਛ ਲਓ, ਮਨੁੱਖ ਦੇ ਦੱਸੇ ਤਾਂ ਯਕੀਨ ਨਹੀਂ ਆਉਣਾ। ਸਤਿਗੁਰੂ ਕਹਿੰਦੇ ਉੱਠਦਿਆਂ ਤੇ ਬਹਿੰਦਿਆਂ ਹੋਇਆ ਹਰੀ ਦੇ ਗੁਣਾਂ ਨੂੰ ਗਾਉਣਾ ਕਰੋ। ਹਰੀ ਦੇ ਗੁਣਾਂ ਨੂੰ ਗਾਉਣ ਤੋਂ ਮਿਲੇਗਾ ਕੀ ਜੀ? ਦੁਖ ਦਰਦ ਭ੍ਰਮ ਭਾਗਾ। ਮਹਾਰਾਜ ਉੱਠਦਿਆਂ ਬੈਠਦਿਆਂ ਨਾਮ ਜਪੇਗਾ, ਉਹਨਾਂ ਦਾ ਜੰਮਣ ਮਰਨ ਦਾ ਦੁੱਖ, ਅਵਿਦਿਆ ਦੀਆਂ ਦਰਦਾਂ, 5 ਪ੍ਰਕਾਰ ਦਾ ਭਰਮ ਜਿਹੜਾ ਭਾਗਾ ਨੱਸ ਜਾਵੇਗਾ, ਦੂਰ ਹੋ ਜਾਵੇਗਾ। ਜਿਹੜੇ ਜਪਦੇ ਉਹਨਾਂ ਦਾ ਹੋ ਰਿਹਾ ਹੈ, ਜਿਹੜੇ ਜਪਣਗੇ ਉਹਨਾਂ ਦਾ ਹੋਵੇਗਾ। ਜਿਹੜੇ ਜਪਦੇ ਸੀ ਪਿੱਛੇ ਉਹਨਾਂ ਦਾ ਹੋ ਗਿਆ। ਕਹੋ ਨਾਨਕ ਤਾਕੇ ਪੂਰ ਕਰਮਾ। ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਤੇ ਪੂਰੀ ਕਰਮਾਂ ਬਖਸ਼ਿਸ਼ ਹੈ। ਉਹਨਾਂ ਦੇ ਪੂਰੇ ਕਰਮਾਂ ਕਰਮ ਹਨ। ਫਾਰਸੀ ਦਾ ਅੱਖਰ ਮੰਨ ਕੇ ਕਰਮਾਂ ਬਖਸ਼ਿਸ਼ ਦਾ ਨਾਮ ਹੈ। ਦੇਸ਼ ਭਾਸ਼ਾ ਬੋਲੀ ਚ ਕਰਮ ਨਾਮ ਕਰਮਾਂ ਦਾ ਹੈ। ਉਹਨਾਂ ਦੇ ਪੂਰੇ ਕਰਮ ਚੰਗੇ ਸੋਹਾਨ ਪੂਰਬਲੇ ਭਾਗ ਲੇਖ ਤੇ ਕਰਮਾਂ ਉਹਨਾਂ ਤੇ ਬਖਸ਼ਿਸ਼ ਕਿੰਨਾ ਤੇ ਜਾ ਕਾ ਗੁਰ ਚਰਨੀ ਮਨ ਲਾਗਾ। ਜਿਨ੍ਹਾਂ ਦਾ ਭਾਈ ਗੁਰੂ ਦੇ ਚਰਨਾਂ ਵਿੱਚ ਮਨ ਲੱਗ ਗਿਆ ਹੈ, ਜਿਨ੍ਹਾਂ ਦਾ ਗੁਰੂ ਦੇ ਚਰਨਾਂ ਵਿੱਚ ਮਨ ਲੱਗ ਗਿਆ ਹੈ, ਉਹਨਾਂ ਦੇ ਪੂਰੇ ਕਰਮ ਹਨ। ਪਰ ਚਰਨਾਂ ਦਾ ਬੜਾ ਭਾਰੀ ਰੌਲਾ ਹੈ। ਕਈ ਅੱਜ ਕੱਲ੍ਹ ਦੇ ਪਖੰਡੀ ਕਹਿੰਦੇ ਹਨ ਜੀ ਸਾਡੇ ਚਰਨ ਚੰਗੇ ਧੋ ਕੇ ਪੀ ਲਿਆ ਕਰੋ। ਖਾਲਸਾ ਜੀ ਚਰਨ ਕੇਵਲ ਗੁਰੂ ਕੀ ਬਾਣੀ ਦੇ ਹਨ। ਹਿਰਦਾ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਚਿੱਤ ਚਰਨ ਨਾਮ ਗੁਰੂ ਕੇ ਜਿਹੜੇ ਸ਼ਬਦ ਰੂਪੀ ਚਰਨ ਹੈ, ਇਹਨਾਂ ਨੂੰ ਹਿਰਦੇ ਰੂਪੀ ਪੱਲੇ ਵਿੱਚ ਪ੍ਰੀਤ ਰੂਪੀ ਗੰਢ ਦੇ ਕੇ ਬੰਨ੍ਹ ਲੈਣਾ ਚਾਹੀਦਾ ਧਾਰਨ ਕਰਨ ਰੂਪ। ਫੇਰ ਬਹੁਤ ਆਨੰਦ ਆਵੇਗਾ। ਕਈ ਪਖੰਡੀ ਇੱਕ ਗੁਰਬਾਣੀ ਦੀ ਪੰਕਤੀ ਲੈ ਕੇ ਇਹਨਾਂ ਚਰਨਾਂ ਦਾ ਖੰਡਨ ਕਰਦੇ ਹੈ। ਉਹ ਕਹਿੰਦੇ ਚਰਨ ਸਾਲ ਕੇ ਧੋਏ ਧੋਏ ਪੀਓ। ਆਖਿਆ ਜੀ ਜਿਹੜੇ ਸਾਰਾ ਦਾ ਚਰਨ ਕਿਹਾ ਤੇ ਸਾਧ ਰੂਪ ਆਪਣਾ ਧਾਰਿਆ, ਗੁਰੂ ਸਾਹਿਬ ਨੂੰ ਸਾਧ ਸਿੱਧ ਕੀਤਾ। ਤੇ ਇਹ ਸ਼ਬਦ ਹੀ ਚਰਨ ਹਨ, ਇਹ ਸਿਆਹੀ ਨਾਲ ਲਿਖੇ ਹੋਏ ਚਰਨ ਹਨ। ਇਹਨਾਂ ਨੂੰ ਪਾਣੀ ਨਾਲ ਧੋਵਾਂਗੇ, ਇਹ ਅੱਖਰ ਖੜ ਜਾਣਗੇ। ਇਸ ਵਾਸਤੇ ਚਰਨ ਨਹੀਂ ਰਹਿਣਗੇ। ਚਰਨ ਕੇਵਲ ਜਿਹੜੇ ਮਨੁੱਖਾਂ ਦੇ ਪੈਰ ਹੈ, ਇਹਨਾਂ ਨੂੰ ਕਿਹਾ ਖਾਲਸਾ ਜੀ ਮਨਮਤ ਹੈ। ਜਿਹੜੀ ਅਮੋਲਕ ਚੀਜ਼ ਹੋਵੇ ਉਹਦੇ ਵਰਤਣ ਦਾ ਤਰੀਕਾ ਵੀ ਅਨੋਖਾ ਹੋਇਆ ਕਰਦਾ ਹੈ। ਸਤਿਗੁਰੂ ਦੇ ਸ਼ਬਦ ਰੂਪੀ ਚਰਨਾਂ ਨੂੰ ਪ੍ਰੇਮ ਰੂਪੀ ਪਾਣੀ ਪਾ ਕੇ, ਭਾਵਨਾ ਰੂਪੀ ਹੱਥਾਂ ਦੇ ਨਾਲ ਮਲ ਮਲ ਕੇ ਚੰਗੀ ਤਰ੍ਹਾਂ ਕਰ ਭਾਵ ਕੇ ਜਿਵੇਂ ਆਉਂਦੇ ਸ਼ਬਦ, ਸੋ ਇਸੇ ਤਰ੍ਹਾਂ ਭਾਵਨਾ ਰੂਪੀ ਹੱਥਾਂ 'ਚ ਪਕੜ ਕੇ, ਪ੍ਰੇਮ ਰੂਪੀ ਪਾਣੀ ਪਾ ਕੇ, ਪ੍ਰੀਤ ਰੂਪੀ ਰਸਨਾ ਦੇ ਨਾਲ ਪੁਨः ਅਭਿਆਸ ਕਰਨ ਰੂਪ ਇਹ ਘੁੱਟਾਂ ਭਰ ਕੇ ਗਿਆਨ ਰੂਪੀ ਕਟੋਰੇ 'ਚ ਪਾ ਕੇ, ਸ਼ਰਧਾ ਰੂਪੀ ਬਾਟੀ 'ਚ ਪਾ ਕੇ ਇਹਨੂੰ ਹਿਰਦੇ ਰੂਪੀ ਸੋ ਮੰਦਰ ਦੇ ਵਿੱਚ ਖਾਲਸਾ ਜੀ ਜਾਂ ਘੜਾ ਕਹਿ ਲਈਏ, ਇਹਨੂੰ ਭਰ ਲੈਣਾ, ਚੰਗੀ ਤਰ੍ਹਾਂ ਪੂਰ ਲੈਣਾ ਹੈ। ਵਿਸ਼ੇ ਵਿਕਾਰਾ ਰੂਪੀ ਤਪਸ਼ੇ ਪ੍ਰੇਮ ਰੂਪੀ ਜਲ ਮੇਟ ਦੇਵੇਗਾ। ਇਸ ਤਰੀਕੇ ਦੇ ਨਾਲ ਸ਼ਾਂਤੀ ਪ੍ਰਾਪਤ ਕਰਨੀ ਹੈ। ਜਿਨ੍ਹਾਂ ਦਾ ਐਸੇ ਚਰਨਾਂ ਦੇ ਵਿੱਚ ਮਨ ਟਿਕ ਗਿਆ ਹੈ, ਉਹਨਾਂ ਨੂੰ ਆਨੰਦ ਪ੍ਰਾਪਤ ਹੋਇਆ ਹੈ। ਉਹਨਾਂ ਤੇ ਪੂਰੀ ਬਖਸ਼ਿਸ਼ ਹੈ। ਜਿਵੇਂ ਭਾਈ ਨਿਹਾਲ ਸਿੰਘ ਜੀ ਕਵੀ ਨੇ ਸਤਿਗੁਰੂ ਕਲਗੀਧਰ ਦੇ ਚਰਨਾਂ ਦਾ
ਨਿਰਣਾ ਕਰਦਿਆਂ ਕੁਝ ਅੱਖਰ ਕਹਿਣ 52 ਕਵੀਆਂ ਵਿੱਚੋਂ ਪ੍ਰੇਮੀ ਹੋਏ ਹੈ। ਜੋਈਪਾਲ ਲక్ష్ਮੀ ਝੱਸ ਤਮੰਜ ਦੀਨਾਨਾਥ ਹੈ। ਜੋਈਪਾਲ ਨਾਂਗੇ ਦੌੜੇ ਗਾਜ ਹੈ ਤੇਰੇ ਹੈ। ਜੋਈਪਾਲ ਗੌਤਮ की नार को सुगध भये। जोईपाल नेतकी के पाछे भय चेरे है। जोईपाल ऋषि मुनि सब सेवत है। जोईपाल काजी ने पकड़ कर फेरे है। साहब मुकंद महाराज श्री गुरु गोबिंद सिंह खोज खोज देखे सोई पाल तेरे है। ऐसे ਜਿਹੜੇ ਪਵਿੱਤਰ ਚਰਨ ਉਹਨਾਂ 'ਚ ਜਿਨ੍ਹਾਂ ਦਾ ਮਨ ਲੱਗ ਗਿਆ ਉਹ ਭਾਗਾਂ ਵਾਲੇ ਹਨ। ਟਾਈਮ ਜਿੰਨਾ ਪ੍ਰਬੰਧਕਾਂ ਨੇ ਦਿੱਤਾ ਸੀ ਉਹ ਓਨਾ ਹੋ ਗਿਆ ਹੈ। 12 ਮਾਹ ਦੀ ਕਥਾ ਹੈ ਖਾਲਸਾ ਜੀ। ਵਿਸਤਾਰ ਸਾਹਿਬ ਤਾਂ ਹੋਣੀ ਨਹੀਂ। ਸਮੇਂ ਨੂੰ ਮੁੱਖ ਰੱਖਦਿਆਂ ਹੋਇਆ 7:30 ਤੋਂ 8:30 ਦਾ ਟਾਈਮ ਦਿੱਤਾ ਸੀ। ਸੋ 11 ਮਿੰਟ ਉੱਪਰ ਟਾਈਮ ਕਥਾ ਆਰੰਭ ਹੋਈ ਸੀ। 6 ਮਿੰਟ ਰਹਿੰਦੇ ਹੈ। ਉਹਦੇ ਵਿੱਚ ਸੂਖਮ ਰੂਪ 'ਚ ਬੇਨਤੀ ਕਰ ਸਕਾਂਗਾ ਕਿਉਂਕਿ ਪ੍ਰਬੰਧਕਾਂ ਦਾ ਹੁਕਮ ਮੰਨਣਾ ਜ਼ਰੂਰੀ ਹੈ। ਆਉਣ ਵਾਲੇ ਸਮੇਂ ਵਿੱਚ ਜਿਹੜੇ ਬੁਲਾਰੇ ਉਹਨਾਂ ਦਾ ਵਿਚਾਰ ਵੀ ਸੁਣਨਾ ਹੈ। ਵਿਸਤਾਰ ਸਾਹਿਬ ਨੇ ਦੱਸਿਆ ਕੁਝ ਆ ਸਕਣਾਗਾ ਉਹਦੀ ਖਿਮਾ ਬਖਸ਼ਣੀ। ਸਮੇਂ ਮੁਤਾਬਕ ਵਿਸਾਖ ਦੇ ਮਹੀਨੇ ਦੁਆਰਾ ਸੂਖਮ ਰੂਪ ਵਿੱਚ ਵਿਚਾਰ ਸੁਣੋ। ਵੈਸਾਖ ਧੀਰਨ ਕਿਉਂ ਵਾਢੀਆ। ਵਿਸਾਖ ਦੇ ਮਹੀਨੇ ਦੁਆਰਾ ਸੱਚੇ ਪਾਤਸ਼ਾਹ ਉੱਤਰ ਦਿੰਦੇ ਹਨ। ਸੋ ਅੱਜ ਦੇ ਮਹੀਨੇ ਦੀ ਤੇ ਅੱਜ ਦੇ ਦਿਨ ਖਾਲਸੇ ਦੇ ਜਨਮ ਦਿਨ ਦੀ ਖੁਸ਼ੀ ਦੀ ਸਾਰੀ ਸੰਗਤ ਨੂੰ ਸਵਾਸ ਵਧਾਈ ਹੋਵੇ। ਚੋਜੀ ਪ੍ਰੀਤਮ ਪੁੱਤਰਾਂ ਦੇ ਦਾਨੀ ਨੇ ਕਾਇਰਤਾ ਨੂੰ ਦੂਰ ਕਰਕੇ ਵੀਰਤਾ ਭਰ ਕੇ 1.25 लाख से एक लड़ाऊं तब है गोबिंद सिंह नाम। चिड़िया से मैं बाग चढ़ाऊं तब है गोबिंद सिंह नाम कहाऊं। इन्हां बच्चों नूं अज दे दिन 1700 ते 1699 ईस्वी विच आनंदपुर साहब केसगढ़ वाले अस्थान से खालसा जी सतगुरु ने कृपालता की है। मेरे चोजी प्रीतम का बड़ा भारी अनोखा इतिहास है। फिर समा लगा तो बेनती जरूर करांगा। 1723 विच अवतार धार के ते 1765 विच ज्योति जोत समा के 41 साल खालसा जी ते 9 महीने ते 28 दिन की उम्र विच 32 साल 11 महीने ते 2 दिन गुरता गद्दी करके इन्ने समय दे विच जिहड़े कौंत सतगुरु जी ने कीते है ਉਹ वर्णन करके दसे नहीं जा सकते। भावें किड्डा भी कोई लिखारी ते बुलारा होवे। बालक अवस्था विच तही प्रकाश हमारा भयो। पटना शहर विखे भव लियो कृपा कीती। 5 साल की उम्र तक जंग की आरंभता करनी। घड़े कच्चे भनने फिर तीर मार के गागरा भननियां। सप्पां की कल्याण उन्हां गागरां विचों करनी। सो मोह का त्याग कराउणा। माया तो खालसे नूं बचण वास्ते अपने कंगण ला के नदी विच सुੱਟਣੇ। राणी मैणी की भावना पूरी करने वास्ते बाल लीला करदा दी गोद विच बैठ के पुत्र भावना पूरी करनी। सो खालसा जी बाल लीला करदे बच्चों की तरह राज नूं दंदियां चढ़ा के उन्हें चढ़ाउणा ते बच्चों नूं नाल लैके फौज बनाउणी। जिवें अजकल फौजां बनाईयां जांदियां ऐसे कौंस करने। सतगुरु चोजी प्रीतम गुरु तेग बहादुर पहला उस वापस आउंदियां कांसी विच गंगा प्रगट करनी माता नूं इशनान कराउण वास्ते। फिर आनंदपुर साहब पहुंचना। छोटी जी उम्र विच इन्हां अज दे अकिरत घाण हिंदुआं दी राखी करन वास्ते अपने पिता नूं सीस देण वास्ते दिल्ली भेजना। तिलक जन्नू की राखी करन वास्ते प्रेरणा करनी। फिर छोटी जी अवस्था विच गुरता गद्दी दे मालक बनना। गुरता गद्दी दे मालक बन के खालसा जी अपने पिता का सीस लैके भाई जैता जी द्वारा संस्कार करके रंगरेटे गुरु के बेटे कह के ते संस्कार के टाइम से अंगीठे के दूजे पासे हो के अपने पिता का हक लैण वास्ते दिल्ली की खबर सुन के उतों की कायरता सुन के वीर रस विच आके बचन कहने कि अज हजारों की सैकड़ियां की गिनती विचों 1400 सिखां दा घर है दिल्ली विच। सो उन्होंने कायरता की है। साडे पिता नूं प्रगटता सहित हो के संस्कार नहीं किया। लोके भावें भाई लखी शाह वंजारे वर्गा ने सेवा की है पर असीं ऐसा खालसा पैदा करांगे जिहड़ा लखां विच खड़े दा पता लगेगा दसन की लोड़ नहीं पवेगी। और अज फिर बदकिस्मती दीआं निशानियां सामने आ रही हैं। किरपानां भी पाईयां कशहरे भी पाए है पर किरपानां थल्ले दी रात नूं सराहने ते किली ते रात नूं गंदियां नालियां विच डिगना
बुरियां हालत हो रही, पर चोजी प्रीत ने ऐसा खालसा नहीं पैदा किया। महाराज तो कहते जबला खालसा रह नियारा, कावरा तेज दियो मैं सारा, खालसा खास कहावा सोई, जाके हृदय भरम न होई। ओदा नाम है खालसा जी, खालसा। ते सानू तो यही भरम है, अमृत छकीए कित्थों छकीए, अमृत छकीए ना छकीए, खंडे का छकीए, कन्ना मन्ना कुर्रू वाला तो छकीए, सतगुरु नूं मन्नीए, जंड नूं संधूर फुकीए। ये भरम ही नहीं सानू छड्डदे, खालसे असीं कित्थों बन गए। पर कलगीधर ने खालसा पैदा किया, निडरता सहित बचन पूरे किए, बाटा तैयार किया, मठास भरी, पानी पा के शीतलता भरी, खंडा खड़का के वीरता भरी, बाणियां पढ़ के ब्रह्म ज्ञान की दात बख्शी, एकाग्रता बख्शी, खंडे की धार द्वारा खालसा जी अपना हक लैण की सिक्ख्या बख्शी। सो खंडा दूजे पासे नूं प्रेरण के टाइम से औगुणा के त्याग करने की सिक्ख्या दी, अपने वाल नूं खंडा खिंचण ते गुणा के धारण करने की सिक्ख्या दी। ये गुण बख्शिश कीते, पंजा ककारां की रहत बख्शी, 4 वज्र करैतां दा त्याग कराया, पंजा ककारां की रहत बख्श के उन्हां तों गुण धारण की सिक्ख्या दी। फिर पंजा प्यार तो आप अमृत छकिया, गुरु चेले की संधि जोड़ी, ये कृपालता की है। पर इस कृपालता कर तो पहला भगानी का जंग करके भाई नंद चंद वर्गिਆਂ ਨੂੰ तंबोल दे के भीम चंद राजे की लड़की के विआह ते भेजना, उन्होंने बेईमान होना, भाई नंद चंद ने वापस आना, उन्होंने दंद खट्टे करने ते मैदान दे विच जंग होना, कहलूरीए वर्गिਆਂ ਨੂੰ चंगी तरह शिकस्त देनी। उदों पिछों खालसा जी ये अमृत की तैयारी हुंदी है, अमृत की तैयारी करके चिड़ियां तो बाग चढ़ा के खालसे की कैरता दूर करके खालसाई रूप बख्श करके चोजी प्रीत ने फौज तैयार की, रणजीत नगारा बनाया। रणजीत नगारा बनाने तो कुछ डरपोका ने माता अगे बेनती की, पिता ने उत्तर दिता, सतगुरु सच्चे पातशाह ने अपनी माता जी, माता जी जिन्हां दा तुसीं सानू भै दिंदे हो, असीं कोई कलीब नहीं हाँ, असीं कोई खुसरे नहीं हाँ, असीं अकाल पुरख के पुत्र हैं। खालसा अकाल पुरख की फौज असीं साथ दिता है, गिण गिण के इन्हां लोकां तो हक लवांगे। फिर उन्होंने सतगुरु के चरणों में आना, मुआफियां मंगनियां, पहाड़िए राजा ने, गुरु साहब ने इन्हां दी झूठी इस सौं नूं सिद्ध करना। सोने दियां तारां वाले वस्त्र पहला गूना भर के टुटे फुटे वस्तुआं दियां लद के खजाने का रूप दे के उस नूं बाहर कढ़ना। उन्होंने लुटण पैना, तुरकां ने कुरान की सौं खाधी, इन्हां टोपियां वालियां ने अपनी मां गऊ की सौं खाधी, फिर मुकर गए। सतगुरु ने खालसे नूं कहना, खालसा जी केवल 8 दिन कट लो, दिल्ली का तख्त भी दुनिया का तख्त बख्श देवांगे। पर भुख के दुखों तंग होके खालसा ने माता नूं बेनती करके सतगुरु अगे हथ जोड़ने। सच्चे पातशाह ने कहना बदावा लिखो, बदावा लेके खालसा जी खालसे ने निकलना, 700 ने सरसे विच रुड़ जाना। चोजी प्रीत ने आनंदपुर का किला छड्ड के नरमोहगढ़ किले ते पहुंच के दस्तारा अपना सिर तो ला के कंगा करना। कंगा करन के टाइम से तुरकां ने तोप चलाउणी, तोप चलाउण के टाइम तो चोजी प्रीत की बचत होनी। सच्चे पातशाह ने उस वेले तीर सिन के चला के तोप जी नूं मार के देश नूं भेजना, सीस ते दस्तारा सजा के सरसे पहुंचना। सरसे पहुंच के खालसा जी तुरकां नाल जंग करना, आप सरसा पार करके अमृत वेले आसा दी वार दा कीर्तन करना। जेड़े बाबा जीवन सिंह जी जिन्होंने आप हरिजन कहने, पछड़ियां श्रेणियां कहने हैं, गुरु साहब ने रंगरेटे कह के छाती नाल लाया, वो बाबा जीवन सिंह जी सतगुरु तेग बहादुर साहब का सीस लियाए। उन्होंने सरसे ते शहीदी पाउणी। बाबा अजीत सिंह जी ने घेरे विच आउणा, उदय सिंह नूं भेज के बाबा अजीत सिंह नूं जंग विचों छड़ाउणा। बाबा अजीत सिंह ने कलगीधर दे पास पहुंचना, उदय सिंह ने उत्थे शहीदी देनी। चमकौर की गढ़ी विच पहुंचना, अपना रणजीतगढ़ वाले स्थान से आसन लाउणा ते जो गढ़ी का मालक सी उसने मुकरना। चोजी प्रीतम ने छोटी ताकी विच दी लंघ के गढ़ी विच प्रवेश होना। 40 ਸਿੰਘਾਂ ने 8 ਮਹੀਨਿਆਂ ਦੇ ਭੁੱਖਿਆਂ ने बाग की तरह जंग करना। मदन सिंह ते कोठा सिंह पछड़ियां श्रेणियां विचों हरी जिन्हां विचों पहले पंजां विचों पहरे ते लगना। 35 ਸਿੰਘਾਂ ने चढ़ाई करनी। भाई संत सिंह, संगत सिंह, दया सिंह, धर्म सिंह ते मान सिंह इन्हां पंजां दी बेनती प्रवान करके गढ़ी का त्याग करना।
ਸੰਤ ਸਿੰਘ ਤੇ ਸੰਗਤ ਸਿੰਘ ਨੇ ਇੱਥੇ ਸ਼ਹੀਦੀ ਦੇਣੀ। ਬਾਕੀ ਤਿੰਨਾਂ ਪਿਆਰਿਆਂ ਨੇ ਬਾਹਰ ਨਿਕਲਣਾ। ਚੋਜੀ ਪ੍ਰੀਤਮ ਨੇ ਗੜੀ ਵਿੱਚੋਂ ਤਾੜੀ ਮਾਰ ਕੇ ਜਾਣਾ ਤੇ ਤੀਰ ਮਾਰ ਕੇ ਤੁਰਕਾਂ ਦੀਆਂ ਮਸਾਲਾਂ ਵਜਾਉਣੀਆਂ। ਮਾਛੂਵਾੜੇ ਦੇ ਜੰਗਲਾਂ 'ਚ ਵਿਚਰਨਾ। ਉੱਥੇ ਜਾ ਕੇ ਟੈਂਟ ਦਾ ਸਰਾਣਾ ਲਾ ਕੇ ਸੌਣਾ। ਮਾਨ ਸਿੰਘ ਜੀ ਨੇ ਜਾ ਕੇ ਚਰਨ ਪਲੋਸਣੇ ਦਾ ਚੌਰ ਬਰਦਾਰ ਸੀ, ਉੱਥੋਂ ਚੋਜੀ ਪ੍ਰੀਤਮ ਜੀ ਨੂੰ ਆਪਣੇ ਗਧੇੜਿਆਂ ਤੇ ਚੁੱਕ ਕੇ ਲਿਜਾਣਾ ਤੇ ਗੁਲਾਬੇ ਦੇ ਘਰੇ ਪਹੁੰਚਣਾ। ਮੋਹਰਾਂ ਸੁੱਟਣੀਆਂ। ਨਬੀ ਖਾਂ ਤੇ ਗਨੀ ਖਾਂ ਜਿਹੜੇ ਸੀ ਤੇ ਇਹਨਾਂ ਨੇ ਸ਼ਰਧਾਲੂ ਬਣਨਾ। ਉੱਚ ਦਾ ਪੀਰ ਬਣ ਕੇ ਚੋਜੀ ਪ੍ਰੀਤਮ ਨੇ ਇੱਥੋਂ ਨਿਕਲਣਾ। ਰੇਰੂ ਸਾਹਿਬ ਤੇ ਕਟਾਣੀ ਸਾਹਿਬ ਹੋਰ ਰਸਤੇ ਚਰਨ ਪਾ ਕੇ ਜੀਵਾਂ ਦੀ ਕਲਿਆਣ ਕਰਨੀ। ਆਲਮਗੀਰ ਪਹੁੰਚਣਾ। ਬਾਬਾ ਮਨੀ ਸਿੰਘ ਦੇ ਛੋਟੇ ਭਾਈ ਨਗਾਈਏ ਜੀ ਤੋਂ ਘੋੜਾ ਲੈ ਕੇ ਸੋ ਅਖਾੜੇ ਨਗਰ ਵਿੱਚ ਪਹੁੰਚਣਾ, ਜਿੱਥੇ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਸੋ ਜਨਮ ਸਥਾਨ ਨਗਰ ਆ ਜਿਹੜਾ, ਜੋ 7ਵੇਂ ਥਾਂ ਮਾਤਾ ਸੇਵੀ ਜੀ ਸੀ, ਉਹਨੇ ਕਲਗੀਧਰ ਨੂੰ ਦੁੱਧ ਪਿਆਉਣਾ। ਸੱਚੇ ਪਾਤਸ਼ਾਹ ਨੇ ਵਰ ਦੇਣਾ। ਕਲਗੀਧਰ ਦੇ ਬਚਨਾਂ ਨਾਲ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦਾ ਜਨਮ ਹੋਣਾ। ਇੱਥੋਂ ਅੱਗੇ ਖਾਲਸਾ ਜੀ ਹੋਰ ਪਿੰਡਾਂ ਵਿੱਚ ਦੀ ਵਿਚਰ ਕੇ ਲੰਮੇ ਜੱਟਪੁਰੇ ਆਲਕ ਭਾਗ ਧਰਤੀ ਨੂੰ ਲਾ ਕੇ ਤੇ ਕੋਟਕਪੂਰੇ ਪਹੁੰਚਣਾ। ਕੋਟਕਪੂਰੇ ਪਹੁੰਚ ਕੇ ਕਪੂਰੇ ਨੇ ਬੇਮੁਖ ਹੋਣਾ। ਉਹਦੇ ਮੂੰਹ ਤੇ ਖੇਲੇ ਤੋਬਰਾ ਚੜ੍ਹਨਾ, ਬਚਨ ਨਿਕਲਣਾ। ਢਿਲਵੀਂ ਪਹੁੰਚ ਕੇ ਨੀਲ ਬਾਸਤਰ ਦੇ ਕੱਪੜੇ ਫਾੜੇ, ਤੁਰਕ ਪਠਾਣੀ ਅਮਲ ਗਿਆ ਦੇ ਬਚਨ ਕਹਿਣੇ। ਕੌਲ ਨੇ ਮੁਕਰਨਾ ਕਿ ਕਪੂਰੇ ਦੀਆਂ ਜੜ੍ਹਾਂ ਮੇਰੇ ਪੇਟ 'ਚ ਲੱਗੀਆਂ ਹੋਈਆਂ, ਉਹਦੇ ਪੇਟ ਫਟਣ ਦਾ ਬਚਨ ਹੋਣਾ। ਫੇਰ ਪਰਿਵਾਰ ਨੇ ਮੁਆਫੀ ਮੰਗਣੀ। ਇੱਥੋਂ ਅੱਗੇ ਸੱਚੇ ਪਾਤਸ਼ਾਹ ਨੇ ਖਦਰਾਣੇ ਦੀ ਢਾਬ ਮੁਕਤਸਰ ਸਾਹਿਬ ਪਹੁੰਚਣਾ ਤੇ ਟੁੱਟੀ ਗੰਢਣ ਵਾਸਤੇ ਮਾਤਾ ਭਾਗ ਕੌਰ ਨੇ ਮਾਂ ਸਿੰਘ ਜੀ ਹੋਣਾ ਨੂੰ ਨਾਲ ਲੈ ਕੇ ਜਾਣਾ ਤੇ ਉੱਥੋਂ ਦੀਆਂ ਲੋਕਾਂ ਨੇ ਪੰਚਾਇਤਾਂ ਲੈ ਕੇ ਗੁਰੂ ਸਾਹਿਬ ਨਾਲ ਰਾਜੀਨਾਮੇ ਦੀਆਂ ਗੱਲਾਂ ਕਰਨੀਆਂ। ਜਿਵੇਂ ਅੱਜ ਵੀ ਵਿਚੋਲੇ ਪਏ ਫਿਰਦੇ ਆ, ਵਿਚੋਲੇ ਵੀ ਉਹ ਪਏ ਫਿਰਦੇ ਆ ਜਿਹੜਿਆਂ ਦੇ ਵਡੇਰਿਆਂ ਨੇ 47 ਦੇ ਵਿੱਚ ਆਪਣੀਆਂ ਫੈਕਟਰੀਆਂ ਨੂੰ ਕਾਇਮ ਰੱਖਣ ਵਾਸਤੇ ਸਿੱਖ ਕੌਮ ਨੂੰ ਵੇਚਿਆ। ਅੱਜ ਵੀ ਉਹਨਾਂ ਲੋਕਾਂ ਦੇ ਪੁੱਤਰ ਭਤੀਜੇ ਵਿਚੋਲਗੀਆਂ ਕਰਦੇ ਫਿਰਦੇ ਆ। ਖਾਲਸਾ ਪੰਥ ਦਾ ਸਮਝੌਤਾ ਕਰਾਉਣ ਵਾਸਤੇ ਕਈ ਲੋਕ ਭੁੱਲੜ, ਨਾ ਕਿਰਪਾਨ ਤੇੜ ਤੇ ਨਾ ਕਸ਼ਹਿਰਾ ਤੇ ਨਾ ਬਾਣੀ ਕੰਠ ਤੇ ਕਿਰਪਾਨ ਦੇ ਫੈਸਲੇ ਕਰਾਉਂਦੇ ਫਿਰਦੇ ਆ। ਇਸੇ ਤਰ੍ਹਾਂ ਉਦੋਂ ਵੀ ਪੰਚਾਇਤਾਂ ਪਹੁੰਚੀਆਂ। ਚੋਜੀ ਪ੍ਰੀਤ ਨੇ ਤਾੜਨਾ ਕਰਨੀ, ਉਹ ਤੁਸੀਂ ਗੁਰੂ ਹੋ ਕੇ ਸਿੱਖ ਹੋ। ਕਹਿੰਦੇ ਜੀ ਸਿੱਖ ਹਾਂ। ਫਿਰ ਸਿੱਖ ਸਿੱਖਿਆ ਲੈਂਦਾ ਹੁੰਦਾ ਕਿ ਸਿੱਖਿਆ ਦਿੰਦਾ ਹੁੰਦਾ? ਜੀ ਸਿੱਖਿਆ ਲੈਂਦਾ ਹੈ। ਜਦੋਂ ਅਸੀਂ ਚੱਕੀਆਂ ਪੀਸੀਆਂ ਉਦੋਂ ਤੁਸੀਂ ਕਿੱਥੇ ਸੀ? ਜਦੋਂ ਅਸੀਂ ਤੱਤੀ ਤਵੀ ਤੇ ਬੈਠੇ ਉਦੋਂ ਤੁਹਾਡੇ ਵਡੇਰੇ ਕਿੱਥੇ ਸੀ? ਜਦੋਂ ਅਸੀਂ ਪਿੰਜਰੇ 'ਚ ਬੰਦ ਸੀ ਦਿੱਲੀ ਵਿੱਚ 9ਵੇਂ ਸਰੂਪ ਵਿੱਚ, ਉਦੋਂ ਤੁਸੀਂ ਕਿੱਥੇ ਸੀ? ਜਦੋਂ ਸਾਡਿਆਂ ਮਾਸੂਮਾਂ ਨੇ ਕੰਧ 'ਚ ਖੜੋ ਕੇ ਸੀਸ ਦਿੱਤਾ ਉਦੋਂ ਤੁਹਾਡੇ ਵਡੇਰੇ ਸਮਝੌਤੇ ਵਾਲੇ ਕਿੱਥੇ ਸੀ? ਜਾਓ ਚਲੇ ਜਾਓ, ਤੁਹਾਡੇ ਕੱਚੇ ਪਿੱਲਿਆਂ ਦੀ ਸਾਨੂੰ ਕੋਈ ਲੋੜ ਨਹੀਂ। ਖਾਲਸਾ ਜੀ ਉੱਥੋਂ ਵਾਪਸ ਮੁੜਨਾ। ਚੋਜੀ ਪ੍ਰੀਤ ਨੇ ਟਿੱਬੀ ਸਾਹਿਬ ਤੇ ਠਹਿਰਨਾ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਉੱਥੇ ਵੀਰ ਆਸਣ ਤੇ ਹੋ ਕੇ ਤੀਰ ਚਲਾਉਣੇ। ਸਿੰਘਾਂ ਨੇ ਵਿਚਾਰ ਕਰਕੇ ਆਪਣੇ ਸੀਸ ਭੇਟਾ ਕਰਨੇ। ਜੰਗ ਵਿੱਚ ਮਹਾ ਸਿੰਘ ਨੇ ਟੁੱਟੀ ਬਣਾਉਣੀ। ਚੋਜੀ ਪ੍ਰੀਤ ਨੇ ਪਿਆਰਿਆਂ ਦੀ ਸੇਵਾ ਵੇਖ ਕੇ ਪ੍ਰਸੰਨ ਹੋਣਾ। ਮੇਰਾ 5000 ਹੀ 10 15 20 25000 ਹੀ ਬਚਨ ਕਹਿ ਕੇ ਛਾਤੀ ਨਾਲ ਲਾਉਣਾ ਤੇ ਭਾਈ ਮਹਾ ਸਿੰਘ ਨੂੰ ਆਪਣੀ ਗੋਦ ਵਿੱਚ ਰੱਖ ਕੇ ਸਾਹਮਣੇ ਬੈਠ ਕੇ ਬਦਾਵਾ ਪਾੜਨਾ। ਜੇ ਸਾਡੇ ਵਰਗਾ ਹੁੰਦਾ ਤੇ ਕੁਰਸੀ ਮੰਗ ਲੈਂਦਾ, ਪਰ ਪੁੱਤਰਾਂ ਦੇ ਦਾਨੀ ਦੀ ਗੋਦ 'ਚ ਪਏ ਨੇ ਕਿਹਾ ਸਤਿਗੁਰੂ ਜੇ ਟੁੱਟੇ ਹੋ ਤੇ ਕਿਰਪਾ ਕਰਕੇ ਜੋੜ ਦਿਓ, ਟੁੱਟੀ ਹੋਈ ਗੰਢ ਲਵੋ। ਖਾਲਸਾ ਜੀ ਗੰਢਾਈ। ਉੱਥੋਂ ਅੱਗੇ ਸਤਿਗੁਰੂ ਦਮਦਮੇ ਸਾਹਿਬ ਪਹੁੰਚੇ। ਅੰਮ੍ਰਿਤ ਵਈ ਗੁਰੂ ਕੀ ਬਾਣੀ ਇੱਕ ਓਂਕਾਰ ਤੋਂ ਲੈ ਕੇ 18 10 20 ਤੱਕ ਸਮੇਤ ਰਾਗਮਾਲਾ ਦੇ। ਕਈਆਂ ਪ੍ਰੇਮੀਆਂ ਨੂੰ ਅੱਜ ਕੱਲ੍ਹ ਰਾਗਮਾਲਾ ਦਾ ਨਾਮ ਸੁਣ ਕੇ ਦਰਦ ਹੁੰਦਾ ਹੈ। ਚੋਜੀ ਪ੍ਰੀਤ ਨੇ ਰਾਗਮਾਲਾ ਸਮੇਤ ਬਾਣੀ ਉਚਾਰੀ ਹੈ। 9 ਮਹੀਨੇ 9 ਦਿਨ 9 ਘੜੀਆਂ ਤੇ 9 ਪਲਾਂ ਵਿੱਚ ਬਾਣੀ ਉਚਾਰ ਕੇ 48 ਸਿੰਘਾਂ ਨੂੰ ਅਰਥ ਪੜ੍ਹਾਏ, ਜਿਨ੍ਹਾਂ 'ਚ ਬਾਬਾ ਮਨੀ ਸਿੰਘ ਸਾਹਿਬ ਜੀ ਸ਼ਹੀਦ ਤੇ ਬਾਬਾ ਦੀਪ ਸਿੰਘ ਜੀ ਸ਼ਹੀਦ। ਜਿਹੜੀ ਟਕਸਾਲ ਦਮਦਮਾ ਸਾਹਿਬ ਤੋਂ ਚੱਲੀ 10 ਤੋਂ ਪਹਿਲਾਂ 13 ਮਹਾਤਮਾ ਹੋਏ ਹੈ। ਬਾਬਾ ਦੀਪ ਸਿੰਘ ਜੀ ਸਾਹਿਬ ਤੋਂ ਪ੍ਰਮੁੱਖ ਸੇਵਾਦਾਰ ਸੀ ਟਕਸਾਲ ਦੇ। ਸੋ ਖਾਲਸਾ ਜੀ ਉੱਥੇ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 9ਵੇਂ ਪਾਤਸ਼ਾਹ ਦੀ ਬਾਣੀ ਦਰਜ ਕੀਤੀ। 25 ਸਿੰਘਾਂ ਨੂੰ ਕਰਤਾਰਪੁਰ ਭੇਜਿਆ। ਧੀਰ ਮੱਲ ਨੇ ਮੁਕਰਨਾ, ਤਾਨਾ ਮਾਰਨਾ। ਸਤਿਗੁਰੂ ਨੇ ਬਾਬਾ ਮਾਨੀ ਸਿੰਘ ਨੂੰ ਲਿਖਾਰੀ ਲਾ ਕੇ ਜਿੰਨਾ ਸਮਾਂ ਮੈਂ ਪਹਿਲਾਂ ਦੱਸਿਆ ਸੰਗਤ ਨੂੰ, ਉਹਨੇ ਸਮੇਂ ਵਿੱਚ ਕਿਰਪਾ ਕਰਨੀ। ਉੱਥੇ ਲਿਖਣ ਸਰ ਬਣਾਉਣਾ, ਅੰਮ੍ਰਿਤ ਦੇ ਬਾਟੇ ਭਰ ਕੇ ਸਰੋਵਰ ਵਿੱਚ ਪਾਉਣੇ, ਬੈਲ ਬੁੱਧ ਵਾਲਿਆਂ ਨੂੰ ਉੱਥੇ ਕੁਵਿੰਦ ਬਣਾਉਣਾ ਤੇ ਖਾਲਸਾ ਜੀ ਅੱਗੇ ਦੱਖਣ ਦੇ ਇਲਾਕੇ ਨੂੰ ਪਿਆਨਾ ਕਰਨਾ। ਨੌਰ ਆਲਕੇ ਦੇ ਇਲਾਕੇ 'ਚ ਵਿਚਰਨਾ, ਬਾਜਾਂ ਨੂੰ
ਮੋਤ ਖਵਾਉਣੇ, ਬਾਜਰੀ ਖਵਾਉਣੀ। ਇਹ ਚੋਜੀ ਪ੍ਰੀਤਮ ਦੇ ਕੌਤਕਾਂ ਨੇ ਹਜੂਰ ਸਾਹਿਬ ਪਹੁੰਚਣਾ। ਉੱਥੇ 14 ਮਹੀਨੇ ਰਹਿ ਕੇ ਬਾਬਾ ਨਿਧਾਨ ਸਿੰਘ ਜੀ ਦੇ ਲੰਗਰ ਸਥਾਨ ਤੇ ਦਸਮ ਦੀ ਕਥਾ ਪੜਾਉਣੀ ਖਾਲਸੇ ਨੂੰ। ਸੋ ਭਾਵੇਂ ਜਾਤ ਦੀ ਕਥਾ ਆਨੰਦਪੁਰ ਸਾਹਿਬ ਵਿੱਚ ਪੜ੍ਹਾਈ ਹੈ। 5 ਪਿਆਰੇ ਤੇ 5 ਮੁਕਤ ਤੇ ਗਿਆਨੀ ਮੋਹਰ ਸਿੰਘ ਜੀ ਵਰਗੇ ਜਿਹੜੇ ਬ੍ਰਹਮ ਗਿਆਨੀ ਸਨ ਲਿਖਾਰੀ, ਉਹਨਾਂ ਤੇ ਇਸੇ ਕਿਰਪਾਲਤਾ ਕੀਤੀ ਹੈ। ਬਾਕੀ ਦਸਮ ਦੀ ਬਾਣੀ ਦੇ ਅਰਥ 14 ਮਹੀਨੇ ਰਹਿ ਕੇ ਹਜੂਰ ਸਾਹਿਬ ਪੜ੍ਹਾਏ। ਨਗੀਨਾ ਘਾਟ ਵਾਲੇ ਸਥਾਨ ਤੇ ਨਗੀਨਾ ਸੁੱਟਣਾ, ਸ਼ਿਕਾਰ ਘਾਟ ਵਾਲੇ ਸਥਾਨ ਤੇ ਮੂਲੇ ਖੱਤਰੀ ਦਾ ਉਧਾਰ ਕਰਨਾ ਤੇ ਹੀਰਾ ਘਾਟ ਵਾਲੇ ਸ਼ਿਕਾਰ ਤੇ ਹੀਰਾ ਸੁੱਟ ਕੇ ਫੇਰ ਪ੍ਰਗਟ ਕਰਨਾ। ਬੰਦਾ ਸਿੰਘ ਬਹਾਦਰ ਦੇ ਸਥਾਨ ਤੇ ਪਹੁੰਚ ਕੇ ਪਣਗੇ ਤੇ ਬੈਠਣਾ ਤੇ ਉਹਦੇ ਗੁਰੂ ਦੀ ਕਲਿਆਣ ਕਰਨੀ। ਜਦੋਂ ਉਹਨੇ ਮਾਣ ਕੀਤਾ, ਵੀਰ ਭੇਜੇ ਮੰਝਾਂ ਨਾ ਉਲਟੀਆਂ। ਸਤਿਗੁਰੂ ਦੇ ਪਾਸ ਆਏ, ਮਹਾਰਾਜ ਨੇ ਪੁੱਛਿਆ ਤੇਰਾ ਨਾਂ ਕੀ ਹੈ? ਕਹਿੰਦਾ ਜੀ ਮੇਰਾ ਨਾਂ ਬੰਦਾ ਹੈ। ਮਹਾਰਾਜ ਕਹਿੰਦੇ ਬੰਦਿਆਂ ਵਾਲੇ ਕੰਮ ਘਰੇ ਆਏ ਕਿਸੇ ਦੀ ਇੱਜ਼ਤ ਲਾ ਦੇਣੀ? ਘਰੇ ਆਏ ਤਾਂ ਵੈਰੀ ਦਾ ਸਤਿਕਾਰ ਕਰੀਦਾ ਤੇ ਤੂੰ ਘਰੇ ਆਏ ਨਹੀਂ ਪੱਗ ਲਾਉਣੀ ਚਾਹੁੰਦਾ ਹੈ, ਬੰਦਿਆਂ ਦੇ ਕੰਮ ਨਹੀਂ ਜੀ। ਬੰਦਾ ਬਣਾ ਦਿਓ। ਚੋਜੀ ਪ੍ਰੀਤਮ ਨੇ ਕਿਰਪਾ ਕਰਨੀ, ਸ੍ਰੀ ਸਾਹਿਬ ਗਾਤਰੇ ਵਾਲੀ ਦੇਣੀ। ਦਇਆ ਸਿੰਘ ਨੇ ਰੋਕਣਾ ਤੇ 5 ਤੀਰ ਦੇਣੇ। ਮਹਾਰਾਜ ਨੇ ਪੁੱਛਿਆ ਤੇਰਾ ਗੁਰੂ ਕਿੱਥੇ ਪਿਛਲੇ ਜਨਮ ਦਾ? ਕਹਿੰਦਾ ਜੀ ਪਤਾ ਨਹੀਂ। ਕਮੀਠ ਦੇ ਦਰਖਤ ਆ, ਕਮੀਠ ਉਹਨੂੰ ਕਹਿੰਦੇ ਆ, ਤੁਮੇ ਵਰਗੇ ਹੁੰਦੇ ਆ। ਔਰ ਫਲ ਜਿਹੜੀ ਸੰਗਤ ਗਈ ਉਹਨਾਂ ਨੇ ਵੇਖਿਆ, ਦਾਸ ਕਾਫੀ ਚਿਰ ਉੱਥੇ ਰਿਹਾ, ਦਰਸ਼ਨ ਉਹ ਕਰਦਾ ਰਿਹਾ, ਉਹਦੀ ਚਟਣੀ ਬਣਦੀ ਚੰਗੀ। ਸੋ ਖਾਲਸਾ ਜੀ ਉਹ ਕਮੀਠ ਦਾ ਫਲ ਤੋੜ ਕੇ ਚੋਜੀ ਪ੍ਰੀਤਮ ਨੇ ਬੰਦੇ ਨੂੰ ਕਹੇ ਇਹਨੂੰ ਭੰਨ। ਜਦੋਂ ਭੰਨਿਆ ਤਾਂ ਕੀੜਾ ਬਣਿਆ। ਉਹ ਕਮੀਠ ਦੇ ਫਲ ਵਿੱਚ ਉਹਦਾ ਗੁੱਦਾ ਖਾਂਦਾ ਵਿਖਾ ਦਿੱਤਾ। ਉਹਦੇ ਗੁਰੂ ਦੀ ਕਲਿਆਣ ਕੀਤੀ। ਉੱਥੋਂ ਖਾਲਸਾ ਜੀ ਵਾਪਸ ਪੰਜਾਬ ਨੂੰ ਭੇਜਿਆ। ਇੱਥੇ ਸਮਾਣਿਆ ਤੇ ਸਨੌਰੇ ਨੂੰ ਢਾਇਆ। ਉੱਥੇ ਸਤਿਗੁਰੂ ਜੀ ਨੇ ਰਹਿ ਕੇ 14 ਮਹੀਨੇ ਜੀਵਾਂ ਦੀ ਕਲਿਆਣ ਕਰਕੇ, ਉਸ ਤਰ੍ਹਾਂ ਭਾਵੇਂ ਜ਼ਿਆਦਾ ਸਮਾਂ ਰਹੇ ਹੈ ਪਰ 14 ਮਹੀਨੇ 'ਚ ਦਸਮ ਦੀ ਬਾਣੀ ਦੇ ਅਰਥ ਕਰਵਾ ਦਿੱਤੇ।